ਇੰਤਜ਼ਾਰ ਤੁਸੀਂ ਸਮਝ ਰਹੇ ਹੋ 1000 ਰੁਪਏ ਵਾਲਾ ਕਦੋਂ ਵਾਰੀ ਆ ਰਹੀ ਹੈ ਉਹਦੀ, ਹੋ ਗਿਆ ਸਾਲ ਲਗਭਗ। ਬਿਲਕੁਲ ਜਦੋਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਵਾਅਦਾ ਕੀਤਾ ਸੀਗਾ ਕਿ ਪੰਜਾਬ ਦੀਆਂ ਮਹਿਲਾਵਾਂ ਦੇ ਲਈ 1000 ਰੁਪਇਆ ਅਸੀਂ ਪਰ ਮੰਥ ਦੇਵਾਂਗੇ, ਬਿਲਕੁਲ ਅਸੀਂ ਉਸ ਗਰੰਟੀ ਦੇ ਉੱਤੇ ਕਾਇਮ ਆ। ਉਹ ਗਰੰਟੀ ਵੀ ਬੜੀ ਜਲਦੀ ਪੂਰੀ ਕੀਤੀ। ਕੋਈ ਹਿਲਜੁਲ ਸ਼ੁਰੂ ਹੋ ਗਈ ਹੁੰਦਾ ਨਾ ਕਿ ਅੰਦਰ ਖਾਤੇ ਪਹਿਲਾਂ ਫਾਈਲਾਂ ਤਿਆਰ ਹੋਣੀਆਂ, ਬਜਟ ਬਣਨਾ ਸ਼ੁਰੂ ਹੋ ਜਾਂਦਾ ਹੈ, ਕਿ ਉਸ ਲੈਵਲ ਦੇ ਉੱਤੇ ਕੋਈ ਗੱਲਬਾਤ ਹੋਣੀ ਸ਼ੁਰੂ ਹੋਈ ਹੈ ਕਿ ਹਜੇ ਉੱਥੇ ਵੀ ਮਤਲਬ ਆਗਾਜ਼ ਹੋਣਾ, ਪਹਿਲੀ ਪੌੜੀ ਦੇ ਉੱਪਰ ਆਉਣਾ ਬਾਕੀ ਹੈ? ਨਹੀਂ, ਬਿਲਕੁਲ ਜਿੰਨੀਆਂ ਗਰੰਟੀਆਂ ਅਸੀਂ ਦਿੱਤੀਆਂ ਸੀ ਸਾਰੀਆਂ ਗਰੰਟੀਆਂ ਦੇ ਉੱਤੇ ਕੰਮ ਕਰਨਾ ਆਲਰੇਡੀ ਸ਼ੁਰੂ ਕਰ ਚੁੱਕੇ ਹਾਂ। ਸਮੇਂ ਦੇ ਨਾਲ ਟਾਈਮ ਟੂ ਟਾਈਮ ਜਿਹੜਾ ਅਸੀਂ ਪੂਰੀਆਂ ਕਰ ਰਹੇ ਹਾਂਗੇ, ਸਾਰੀਆਂ ਅਸੀਂ ਪੂਰੀਆਂ ਕਰਾਂਗੇ। ਮੈਂ ਤੁਹਾਡੇ ਚੈਨਲ ਦੇ ਉੱਤੇ ਬੜੇ ਦਾਅਵੇ ਦੇ ਨਾਲ ਕਹਿ ਸਕਦਾਗਾ ਕਿ ਸਾਰੀਆਂ ਗਰੰਟੀਆਂ ਪੂਰੀਆਂ ਕਰਾਂਗੇ। ਟਾਈਮ ਅੱਗੇ ਪਿੱਛੇ ਹੋ ਸਕਦਾਗਾ, 16 ਮਾਰਚ ਨੂੰ ਸੀਐਮ ਸਾਹਿਬ ਨੇ ਪੂਰੇ ਕਰਾਂਗੇ। 16 ਮਾਰਚ ਨੂੰ ਸੀਐਮ ਸਾਹਿਬ ਨੇ ਸਹੁੰ ਚੁੱਕੀ ਸੀ, 1 ਸਾਲ ਹੋ ਜਾਏਗਾ 16 ਮਾਰਚ ਨੂੰ, ਪਿਛਲੇ ਸਾਲ ਸਹੁੰ ਚੁੱਕੀ ਸੀ ਕਿ ਉਸ ਦੇ ਆਸ-ਪਾਸ ਜਾਂ ਉਸ ਦਿਨ ਇਹ ਐਲਾਨ ਹੋ ਸਕਦਾ 1000 ਰੁਪਏ ਵਾਲਾ। ਅੱਧੀ ਆਬਾਦੀ ਹੈ ਪੰਜਾਬ ਦੀ ਜਿਹੜੀ ਵੇਟ ਕਰ ਰਹੀ ਹੈ, ਜਿਨ੍ਹਾਂ ਦੇ ਨਾਲ ਤੁਸੀਂ ਵਾਅਦੇ ਕੀਤੇ। ਜਿੰਨੀਆਂ ਮੈਂ ਫਿਰ ਦੁਹਰਾ ਰਿਹਾ, ਜਿੰਨੀਆਂ ਸਾਰੀਆਂ ਗਰੰਟੀਆਂ ਸੀ, ਸਾਰੀਆਂ ਗਰੰਟੀਆਂ ਦਾ ਅਸੀਂ ਰੋਡ ਮੈਪ ਤਿਆਰ ਕਰਕੇ ਬੀਇੰਗ ਫਾਈਨਾਂਸ ਮਿਨਿਸਟਰ ਕਿ ਕਿੰਨੇ ਪੈਸੇ ਇਨਵੋਲਵ ਨੇ, ਕਿੰਨੇ ਪੈਸੇ ਲੱਗਣਗੇ, ਉਹ ਮਾਨਯੋਗ ਸੀਐਮ ਸਾਹਿਬ ਕੋਲ ਅਸੀਂ ਪ੍ਰੈਜ਼ੈਂਟ ਕਰ ਦਿਆਂਗੇ। ਬਟ ਲੇਕਿਨ ਮੈਨੂੰ ਜਿੰਨਾ ਕਿ ਮੈਂ ਤਿਆਰੀ ਕੀਤੀ ਆ ਜਾਂ ਜਿੰਨਾ ਸਾਡੀਆਂ ਟੀਮਸ, ਮੇਰਾ ਡਿਪਾਰਟਮੈਂਟ ਤਿਆਰੀ ਕਰਦੇ ਆ, ਇਹ ਗਰੰਟੀ ਵੀ ਬੜੀ ਜਲਦੀ ਪੂਰੀ ਹੋਊਗੀ। ਗਗਨ ਕੁਝ ਪੁੱਛਣਾ? ਤੁਹਾਡੇ ਕੋਲ ਜਿਹੜਾ ਮਹਿਕਮਾ ਹੈਗਾ, ਕਿਉਂਕਿ ਤੁਹਾਡੇ ਕੋਲ ਸਾਰੇ ਪੈਸੇ ਲੈਣ ਵਾਲੇ ਜ਼ਿਆਦਾ ਆਉਂਦੇ ਆ, ਸਾਰੇ ਮੰਤਰੀ ਹੋ ਗਏ, ਸਾਰੇ ਮਹਿਕਮੇ ਹੋ ਗਏ ਕਿ ਪੈਸੇ ਲੈਣੇ ਆ ਤਾਂ ਇੱਧਰ ਜਾਓ। ਤੁਸੀਂ ਜਦੋਂ ਪੈਸੇ ਦਾ ਹਿਸਾਬ ਕਿਤਾਬ ਰੱਖਣਾ ਔਰ ਜਦੋਂ ਲੈਣਾ ਹੈ ਕਿ ਖਜ਼ਾਨਾ ਕਿੱਥੋਂ ਭਰਿਆ ਜਾਵੇ, ਉਹਦੇ ਵਿੱਚ ਸਨਅਤ ਦਾ ਬਹੁਤ ਵੱਡਾ ਰੋਲ ਹੈਗਾ। ਸਰਕਾਰ ਕਹਿੰਦੀ ਹੈ ਕਿ ਅਸੀਂ ਟਾਟਾ ਸਟੀਲ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਜਿਹੜਾ ਹੈਗਾ ਉਹ ਐਸਟੈਬਲਿਸ਼ ਹੋਣਾ ਹਜੇ ਸ਼ੁਰੂ ਹੋਇਆ ਹੈ, ਪਰ ਜਿਹੜੀ ਪ੍ਰੈਜ਼ੈਂਟ ਸਨਅਤ ਹੈਗੀ, ਕਿਉਂਕਿ ਉਸ ਨੂੰ ਡਿਵੈਲਪ ਹੋਣ ਦੇ ਵਿੱਚ ਟਾਈਮ ਲੱਗੇਗਾ ਜਦੋਂ ਤੱਕ ਉਹ ਬਣੇਗਾ। ਪ੍ਰੈਜ਼ੈਂਟ ਸਨਅਤ ਤੋਂ ਕਿੰਨਾ % ਹਜੇ ਤੁਸੀਂ ਪਹਿਲੀਆਂ ਸਰਕਾਰ ਦੇ ਮੁਕਾਬਲੇ ਕੀ ਕੁਝ ਵਾਧਾ ਹੋਇਆ ਹੈ ਜਾਂ ਹਜੇ ਉੱਥੇ ਸਟੈਂਡ ਕਰ ਰਹੇ ਹੋ ਜਾਂ ਘਟਿਆ? ਦੇਖੋ, ਇਸ ਗੱਲ ਤੋਂ ਮੈਂ ਸਮਝਦਾ ਅੰਦਾਜ਼ਾ ਬੜੇ ਅੱਛੇ ਤਰੀਕੇ ਨਾਲ ਲਾਇਆ ਜਾ ਸਕਦਾਗਾ ਕਿ ਪੰਜਾਬ ਦੇ ਅੰਦਰ ਜਿਹੜਾ GST ਦਾ ਰੈਵਨਿਊ ਆ, ਜਿਹੜਾ ਇੰਡਸਟਰੀ ਤੋਂ ਆਉਂਦਾਗਾ, ਜਿਹੜਾ ਖਪਤਕਾਰਾਂ ਤੋਂ ਆਉਂਦਾਗਾ, ਉਹਦੇ ਵਿੱਚ 25% ਦਾ 25% ਦਾ ਵਾਧਾ ਹੋਇਆਗਾ, ਬਗੈਰ ਕੋਈ ਨਵਾਂ ਟੈਕਸ ਲਾਏ, ਬਗੈਰ ਕੋਈ ਜਿਹੜਾ ਹੈਗਾ ਇਸ ਤਰ੍ਹਾਂ ਦਾ ਬੋਝ ਪਾਏ ਲੋਕਾਂ ਤੇ, ਉਹਦੇ ਵਿੱਚ 25% ਦਾ ਵਾਧਾ ਹੋਣਾ ਇਸ ਗੱਲ ਦਾ ਸੰਕੇਤ ਵੀ ਆ, ਸਬੂਤ ਵੀ ਆ, ਇਹ ਐਵੀਡੈਂਸ ਹੈਗਾ ਕਿ ਸਾਡੀ ਇੰਡਸਟਰੀ ਜਿਹੜੀ ਆ ਉਹ ਤਰੱਕੀ ਕਰ ਰਹੀ ਆ, ਸਾਡਾ ਇੰਡਸਟਰੀਅਲ ਖੇਤਰ ਤਰੱਕੀ ਕਰ ਰਿਹਾ, ਪੰਜਾਬ ਤਰੱਕੀ ਕਰ ਰਿਹਾ। ਜੇਕਰ ਲੋਕਾਂ ਦੀ ਜੇਬ 'ਚ ਪੈਸਾ ਨਹੀਂ ਹੋਊਗਾ ਤਾਂ ਟੈਕਸ ਕਿਵੇਂ ਦੇਣਗੇ? ਇਹਦਾ ਮਤਲਬ ਕਿ ਲੋਕਾਂ ਦੀ ਜੇਬ 'ਚ ਪੈਸਾ ਗਾ, ਉਹ ਸਰਕਾਰ ਨੂੰ ਟੈਕਸ ਦੇ ਰਹੇ ਨੇ, ਔਰ ਉਹਦੇ ਵਿੱਚ 25% ਦਾ ਵਾਧਾ ਹੋਇਆਗਾ। 25% ਦਾ ਵਾਧਾ ਹੋਣਾ ਇਸੇ ਗੱਲ ਦਾ ਸਬੂਤ ਆ ਕਿ ਪੰਜਾਬ ਦੀ ਜਿਹੜੀ ਆ ਓਵਰਆਲ ਡਿਵੈਲਪਮੈਂਟ ਹੋ ਰਹੀ ਆ, ਪੰਜਾਬ ਦਾ ਇੰਡਸਟਰੀ ਦੀ ਡਿਵੈਲਪਮੈਂਟ ਹੋ ਰਹੀ ਹੈ। ਇਸ ਦੇ ਨਾਲ ਜੁੜਿਆ ਹੋਇਆ ਚੀਮਾ ਸਾਹਿਬ ਇੱਕ ਹੋਰ ਸਵਾਲ ਹੈ ਕਿ ਜਿਹੜਾ ਬਾਹਰੋਂ ਤਾਂ ਠੀਕ ਹੈ, ਟਾਟਾ ਸਟੀਲ ਆ ਗਿਆ ਜਾਂ ਬਾਹਰੋਂ MNC ਜਿਹੜਾ ਹੈਗਾ ਪੰਜਾਬ ਵਿੱਚ ਆ ਕੇ ਪਲਾਂਟ ਲਗਾਉਣ ਗਿਆ, ਪੰਜਾਬ ਦੀ ਜਿਹੜੀ ਕੋਰ ਸਨਅਤ ਸੀਗੀ, ਮੰਡੀ ਗੋਬਿੰਦਗੜ੍ਹ ਦੀ ਸਟੀਲ ਦੀ ਗੱਲ ਕਰੀਏ, ਸਕ੍ਰੈਪ ਸਨਅਤ ਦੀ ਗੱਲ ਕਰੀਏ, ਅੰਮ੍ਰਿਤਸਰ ਦੀ ਗੱਲ ਕਰੀਏ, ਆ ਜਿਹੜੀ ਹੁਸ਼ਿਆਰਪੁਰ ਦੀ ਲੋਕਲ ਜਿਹੜੀ ਮਾਰਕੀਟ ਸੀਗੀ, ਪਿੱਤਲ ਦੀ ਮਾਰਕੀਟ ਸੀਗੀ, ਜਲੰਧਰ ਦਾ ਸਪੋਰਟਸ ਹੱਬ ਜਿਹੜਾ ਹੈਗਾ, ਉਹਨਾਂ ਦੀ ਆਪਣੀਆਂ ਪ੍ਰੋਬਲਮਸ ਜਿਹੜੀਆਂ ਸੀਗੀਆਂ, ਜਿਸ ਨੂੰ ਲੈ ਕੇ ਕਈ ਸਾਰੀ ਸਨਅਤ ਜਿਹੜੀ ਹੈਗੀ ਇੱਥੋਂ ਪਲਾਇਨ ਵੀ ਕਰ ਗਈ। ਉਸ ਨੂੰ ਰੋਕਣ ਦੇ ਲਈ ਕੋਈ ਅਜਿਹਾ ਸਰਕਾਰ ਕੋਈ ਪਲਾਨ ਤਿਆਰ ਕਰੀ ਹੈ? ਉਸ ਨੂੰ ਇਹ ਕਿਹਾ ਜਾਵੇ ਕਿ ਦੁਬਾਰਾ ਮੁੜ ਸੁਰਜੀਤ ਕਰਨ ਦੇ ਲਈ ਜਿਹੜਾ ਹੈਗਾ ਉਸ ਨੂੰ ਕੋਈ ਪਲੈਨਿੰਗ? ਬਿਲਕੁਲ ਜੀ, ਨਵੀਂ ਜਿਹੜੀ ਇੰਡਸਟਰੀਅਲ ਪਾਲਿਸੀ ਉਹ ਬਿਲਕੁਲ ਮੈਂ ਸਮਝਦਾ ਤਿਆਰ ਆ ਕਿ ਬੜੀ ਜਲਦੀ ਜਿਹੜੀ ਆ ਮਾਨਯੋਗ ਸੀਐਮ ਸਾਹਿਬ ਉਹਨੂੰ ਅਨਾਉਂਸ ਕਰਨਗੇ। ਉਹ ਸਨਅਤ ਨੀਤੀ ਦੇ ਨਾਲ ਆਉਣ ਦੇ ਨਾਲ ਸਨਅਤ ਨੂੰ ਹੋਰ ਹਲਾਰਾ ਪੰਜਾਬ ਦੇ ਅੰਦਰ ਮਿਲੂਗਾ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਗਿਆ, ਆਲਰੇਡੀ ਜਿਹੜੀ ਬਹੁਤ ਸਾਰੀ ਸਨਅਤ ਜਿਹੜੀ ਅਕਾਲੀ ਦਲ BJP ਦੀਆਂ ਗਲਤ ਨੀਤੀਆਂ ਦੇ ਕਾਰਨ, ਜਿਹੜੀ ਕਾਂਗਰਸ ਪਾਰਟੀ ਦੀਆਂ ਗਲਤ ਨੀਤੀਆਂ ਦੇ ਕਾਰਨ ਪੰਜਾਬ ਛੱਡ ਕੇ ਚਲੀ ਗਈ ਸੀ, ਉਹ ਦੁਬਾਰਾ ਉਹਦਾ ਰੁਖ ਜਿਹੜਾ ਉਹ ਪੰਜਾਬ ਵੱਲ ਹੋਇਆਗਾ। ਤੁਸੀਂ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੀ ਜਦੋਂ ਸੈਂਟਰ ਦੀ ਬਾਜ਼ਾਰਾਂ ਦੇ ਵਿੱਚ ਇੰਡਸਟਰੀਅਲ ਮਿਨਿਸਟਰ ਸੀ ਸਟੇਟ ਦੇ, ਉਸ ਸਮੇਂ ਇੱਕ ਨੀਤੀ ਬਣੀ ਗਈ ਸੀ, ਗੌਰਮੈਂਟ ਆਫ ਇੰਡੀਆ ਨੇ ਜਿਹੜੀ ਪਾਲਿਸੀ ਬਣਾਈ ਸੀ, ਉਸ ਪਾਲਿਸੀ ਦੇ ਅਧੀਨ ਪੰਜਾਬ ਨੂੰ ਬਾਹਰ ਰੱਖਿਆ ਗਿਆ। ਬਲਕਿ ਸਾਡਾ ਗਵਾਂਢੀ ਸੂਬਾ, ਸਾਡਾ ਛੋਟਾ ਭਰਾ ਹਿਮਾਚਲ ਪ੍ਰਦੇਸ਼ ਨੂੰ, ਜੰਮੂ ਕਸ਼ਮੀਰ ਨੂੰ ਵੱਡਾ ਫਾਇਦਾ ਹੋਇਆ, ਪੰਜਾਬ ਬਾਹਰ ਰਿਹਾ। ਪਰ ਲੇਕਿਨ ਅਸੀਂ ਪੰਜਾਬ ਦੀ ਐਸੀ ਨੀਤੀ ਬਣਾ ਰਹੇ ਹਾਂਗੇ, ਐਸੀ ਸਨਅਤ ਦੀ ਨੀਤੀ ਬਣ ਰਹੀ ਆ ਕਿ ਜਿਹੜੀ ਸਨਅਤ ਪੰਜਾਬ 'ਚੋਂ ਚਲੀ ਗਈ ਸੀ ਅਕਾਲੀ ਦਲ ਦੇ ਡਰ ਕਾਰਨ, ਜਿਹੜਾ ਇਹਨਾਂ ਦਾ ਦਹਿਸ਼ਤ ਦਾ ਹਿੱਸਾ ਪਾਉਣ ਦਾ ਮਾਹੌਲ ਸੀਗਾ। ਤੁਹਾਨੂੰ ਬੱਚਾ ਦੀ ਜ਼ੁਬਾਨ ਤੇ ਆ ਕਿ ਅਕਾਲੀ ਦਲ ਸਨਅਤਕਾਰਾਂ 'ਚ 2 ਨੰਬਰ ਦਾ ਹਿੱਸਾ ਪਾਉਂਦਾ ਸੀ, ਕਾਂਗਰਸ ਪਾਰਟੀ ਵਾਲੇ ਡਰਾ ਕੇ ਉਹਦੇ ਚੋਂ ਉਹਨਾਂ ਤੋਂ ਲੁੱਟਦੇ ਸੀਗੇ। ਉਹ ਅੱਜ ਮਾਹੌਲ ਜਿਹੜਾ
ਪੰਜਾਬ ਚੋਂ ਖਤਮ ਹੋ ਚੁੱਕਿਆ ਹੈਗਾ। ਬਿਲਕੁਲ ਸਾਡੇ ਸਾਰੇ ਨੇਤਾ ਜਿਹੜੇ ਹੈਗੇ ਨੇ ਇੰਡਸਟਰੀਅਲਿਸਟਾਂ ਨਾਲ, ਸਾਡੇ ਸਨਅਤ ਦੇ ਨਾਲ ਭਰਾਵਾਂ ਵਾਲਾ ਪਿਆਰ ਪਾ ਕੇ ਉਹਨਾਂ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਸੀ। ਇਹਨਾਂ ਨੇ ਹਮੇਸ਼ਾ ਲੁੱਟ ਦਾ ਮਾਹੌਲ ਪੰਜਾਬ 'ਚ ਬਣਾਇਆ ਸੀਗਾ। ਸੋ ਸਨਅਤ ਨੂੰ ਇੱਕ ਮਾਹੌਲ ਦੀ ਲੋੜ ਹੁੰਦੀ ਆ। ਸਨਅਤ ਦੀ ਜਿਹੜੀ ਮੈਂ ਸਮਝਦਾ ਡਿਵੈਲਪਮੈਂਟ ਦੇ ਲਈ ਇੱਕ ਫ੍ਰੈਂਡਲੀ ਇਕੋਇਜ਼ਮ ਦੀ ਲੋੜ ਹੁੰਦੀ ਆ। ਉਹ ਬੜਾ ਅਸੀਂ ਅੱਛੇ ਤਰੀਕੇ ਨਾਲ ਤਿਆਰ ਕੀਤਾਗਾ। ਸੋ ਤੁਸੀਂ ਦੇਖਿਓ ਕਿ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਜਿਹੜਾ ਇੰਡਸਟਰੀ ਦੇ ਖੇਤਰ 'ਚ ਬਹੁਤ ਵੱਡਾ ਇੱਕ ਰੈਵੋਲੂਸ਼ਨ ਜਿਹੜਾ ਉਹ ਪੰਜਾਬ ਦੇ ਅੰਦਰ ਆਊਗਾ। GST ਕਲੈਕਸ਼ਨ ਤੁਸੀਂ ਕਹਿ ਰਹੇ ਹੋ ਕਿ ਵਧਿਆ ਹੈ ਵਿਦਆਊਟ ਕੋਈ ਨਵਾਂ ਟੈਕਸ ਇੰਪੋਜ਼ ਕੀਤੇ ਹੋਏ, ਕਿ ਇਸ ਦੇ ਵਿੱਚ ਕੋਈ ਹੋਰ ਵੀ ਤੁਹਾਨੂੰ ਉਮੀਦ ਲੱਗਦੀ ਹੈ ਜਾਂ ਤੁਹਾਨੂੰ ਕੋਈ ਅੜਿੱਕਾ ਲੱਗਦਾ ਹੈ ਕਿ GST ਦੀ ਕਲੈਕਸ਼ਨ ਕਿਉਂ ਨਹੀਂ ਵੱਧ ਰਹੀ ਜਿੰਨੀ ਵੱਧ ਜਾਣੀ ਚਾਹੀਦੀ ਹੈ? ਬਿਲਕੁਲ ਮੈਂ ਦੇਖਿਆ, ਬੜਾ ਅੱਛਾ ਤੁਹਾਡਾ ਸਵਾਲ ਆ ਕਿ ਵੱਡੀ ਪੱਧਰ ਤੇ ਕਾਫੀ ਹੱਦ ਤੱਕ ਜਿਹੜੀ ਚੋਰੀ ਹੁੰਦੀ ਸੀਗੀ, ਉਸ ਚੋਰੀ ਨੂੰ ਰੋਕਣ ਦੇ ਲਈ ਮੈਂ ਜਿੱਥੇ ਮੇਰੀਆਂ ਟੀਮਾਂ ਦੇ ਨਾਲ ਉਤਰਦਾ, ਮੈਂ ਆਪ ਜਾ ਕੇ, ਤੁਸੀਂ ਰਾਜਪੁਰਾ ਦੇ ਵਿੱਚ ਵੀ ਆਪ ਜਾ ਕੇ, ਮੈਂ ਖੁਦ ਐਕਸ਼ਨ ਦੇ ਵਿੱਚ ਬਹੁਤ ਜਗ੍ਹਾ ਤੇ ਜਾ ਕੇ ਖੁਦ ਉਹ ਟੈਕਸ ਚੋਰੀ ਰੋਕਣ ਦਾ ਯਤਨ ਕਰਦੇ ਆਂਗੇ। ਜਦੋਂ ਟੈਕਸ ਚੋਰੀ ਰੁਕੂਗੀ ਤਾਂ ਇੱਕ ਪੈਸਾ ਜਿਹੜਾ ਦਾ ਜੀ ਉਹ ਖਜ਼ਾਨੇ ਚ ਆਊਗਾ। ਜਦੋਂ ਖਜ਼ਾਨੇ ਚ ਆਊਗਾ ਤਰੱਕੀ ਲਈ ਵਰਤਿਆ ਜਾਊਗਾ। ਸੋ ਬਿਲਕੁਲ ਟੈਕਸ ਚੋਰੀ ਜਿਹੜੀ ਆ ਉਹਨੂੰ ਲੈ ਕੇ ਕੋਈ ਵੀ ਕਿਸੇ ਵੀ ਕਿਸਮ ਦਾ ਕੋਈ ਵੀ ਕੰਪਰੋਮਾਈਜ਼ ਨਹੀਂ ਹੋਊਗਾ, ਬਲਕਿ ਜਿਹੜੇ ਟੈਕਸ ਪੇਅਰ ਹੋਣਗੇ ਉਹਨਾਂ ਦੇ ਖਿਲਾਫ ਸਕੰਜਾ ਕੱਸਿਆ ਜਾਊ। ਕੱਲ ਵੀ ਅਸੀਂ 4 ਇੱਕ ਵੱਡੇ ਟੈਕਸ ਚੋਰ ਜਿਹੜੇ ਜਾਲੀ ਫਰਜ਼ੀ ਫੇਕ ਬਿੱਲ ਬਣਾ ਕੇ, ਜਾਲੀ ਕੰਪਨੀਆਂ ਬਣਾ ਕੇ, ਫਰਜ਼ੀ ਕੰਪਨੀਆਂ ਬਣਾ ਕੇ ਲਗਭਗ 42 ਕਰੋੜ ਰੁਪਈਆ ਕੱਲ ਅਸੀਂ ਇੰਪੋਜ਼ ਕੀਤਾ, ਕਿ 42 ਕਰੋੜ ਰੁਪਏ ਦੀ ਬਚਤ ਕੀਤੀ ਆ। ਸੋ ਲਗਾਤਾਰ ਸਾਡਾ ਰੁਖ ਹੈਗਾ ਕਿ ਅਸੀਂ ਲਗਾਤਾਰ ਟੈਕਸ ਦੀ ਚੋਰੀ ਰੋਕੀਏ ਔਰ ਉਹ ਪੈਸਾ ਜਿਹੜਾ ਵੱਡੇ ਪੱਧਰ ਤੇ ਟੈਕਸ ਚੋਰੀ ਕੌਣ ਕਰ ਰਿਹਾ ਹੈ? ਕਿ ਆਮ ਲੋਕਾਂ ਨਾਲ ਵੀ ਜੁੜਿਆ ਮਸਲਾ ਹੈ ਜਾਂ ਤੁਹਾਨੂੰ ਲੱਗਦਾ ਕਿ ਕੋਈ ਬਹੁਤ ਵੱਡੇ ਪਲੇਅਰਸ ਹੈਗੇ ਨੇ ਜਿਹੜੇ ਟੈਕਸ ਚੋਰੀ ਕਰਦੇ ਨੇ? ਬਿਲਕੁਲ ਇਹ ਆਮ ਲੋਕਾਂ ਤੋਂ ਲੈ ਕੇ ਵੱਡੇ ਲੈਵਲ ਤੱਕ ਜੁੜਿਆ ਹੈ ਮਾਮਲਾ ਹੈਗਾ। ਇੰਟਰਕਨੈਕਟਡ ਆ ਸਾਰੇ ਲੋਕ, ਆਪਾਂ ਵੀ ਜੁੜੇ ਹੋਏ ਆਂਗੇ। ਜਦੋਂ ਆਪਾਂ ਮਾਰਕੀਟ ਦੇ ਵਿੱਚ ਕੋਈ ਵੀ ਸਮਾਨ ਲੈਣ ਜਾਂਦੇ ਆਂਗੇ, ਕੋਈ ਵੀ ਵਸਤੂ ਖਰੀਦਦੇ ਆਂਗੇ, ਤਾਂ ਮੈਂ ਸਮਝਦਾ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਉਸ ਵਸਤੂ ਦਾ ਬਿੱਲ ਲਈਏ। ਜੇਕਰ ਅਸੀਂ ਉਸ ਵਸਤੂ ਦਾ ਬਿੱਲ ਲਵਾਂਗੇ, ਉਸ ਚੀਜ਼ ਦਾ ਬਿੱਲ ਲਵਾਂਗੇ, ਤਾਂ ਉਹਦੀ GST ਦਾ ਟੈਕਸ ਕੱਟਿਆ ਜਾਊਗਾ। ਉਹ ਜਿਹੜਾ ਟੈਕਸ ਕੱਟਿਆ ਜਾਊਗਾ ਤਾਂ ਪੈਸਾ ਜਿਹੜਾ ਹੈਗਾ ਖਜ਼ਾਨੇ ਚ ਆਊਗਾ। GST ਸਾਨੂੰ ਸਾਰਿਆਂ ਨੂੰ ਮੰਗਦੇ ਆ ਉਹ। ਤੁਸੀਂ ਕੋਈ ਚੀਜ਼ ਲੈਣ ਚਲੇ ਜਾਓ, ਕਦੇ ਕੋਈ ਬਿੱਲ ਦੇ ਦਿਓ ਇਸ ਚੀਜ਼ ਦਾ, ਉਹ ਕਹਿੰਦੇ ਕਿ ਠੀਕ ਹੈ ਇਹਦੇ ਉੱਪਰ 18% GST ਤੁਹਾਨੂੰ ਦੇਣਾ ਪਏਗਾ। ਲੋਕ ਕਹਿੰਦੇ ਰਹਿਣ ਦਿਓ, ਅਸੀਂ ਕੀ ਕਰਨਾ? ਮਤਲਬ ਇਹ ਪ੍ਰੈਕਟੀਕਲ ਗੱਲ ਹੈ। 10,000 ਦੀ ਕੋਈ ਚੀਜ਼ ਖਰੀਦੀ, ਉਹਨਾਂ ਨੂੰ ਕਹੋ ਕਿ ਬਿੱਲ ਦੇ ਦਿਓ, ਕਹਿੰਦੇ 18% GST ਹੈ, 1800 ਰੁਪਏ ਵਾਧੂ ਦੇਣਾ ਪਊਗਾ। ਜਿਹੜੀ 10,000 ਦੀ ਚੀਜ਼ ਸੀ 11,800 ਦੀ ਹੋ ਗਈ। ਲੋਕ ਕਹਿੰਦੇ ਰਹਿਣ ਦਿਓ ਜੀ GST। ਦੇਖੋ ਮੈਂ ਸਮਝਦਾ GST ਜਿਹੜੀ ਬਿੱਲ ਆ ਉਹ ਲਾਜ਼ਮੀ ਹੈਗਾ। ਤੁਸੀਂ ਕੱਲ ਨੂੰ ਤੁਹਾਡੀ ਉਹ ਚੀਜ਼ ਜਿਹੜੀ ਤੁਸੀਂ ਲਈ ਆ, ਮੰਨ ਲਓ 10,000 ਦੀ ਚੀਜ਼ ਲਈ ਆ, ਕੱਲ ਨੂੰ ਖਰਾਬ ਹੋ ਗਈ, ਤੁਸੀਂ ਕਿੱਥੇ ਆਪਦਾ ਜਿਹੜੀ ਕੰਪਲੇਂਟ ਲੌਂਚ ਕਰੋਗੇ, ਕਿੱਥੇ ਕਲੇਮ ਕਰੋਗੇ? ਜੇਕਰ ਤੁਹਾਡੇ ਕੋਲ ਬਿੱਲ ਹੈਗਾ ਤਾਂ ਤੁਸੀਂ ਉਹਦੀ ਕੰਪਲੇਂਟ ਵੀ ਲੌਂਚ ਕਰ ਸਕਦੇ ਹੋ। ਬਿਲਕੁਲ ਇਹਦੇ ਲਈ ਅਸੀਂ ਨਵੀਆਂ ਸਕੀਮਾਂ ਲੈ ਕੇ ਆ ਰਹੇ ਹਾਂਗੇ। ਅਸੀਂ ਇਹ ਯਕੀਨੀ ਬਣਾ ਰਹੇ ਕਿ ਇੱਕ ਪੈਸੇ ਦਾ ਜਿਹੜਾ ਟੈਕਸ ਖਜ਼ਾਨੇ 'ਚ ਆਵੇ, ਬਿਲਿੰਗ ਉਹਦੀ ਹੋਵੇ। ਜਦੋਂ ਬਿਲਿੰਗ ਹੋਊਗੀ ਤਾਂ ਪੈਸਾ ਆਊਗਾ। ਔਰ ਜਾਲੀ ਫਰਜ਼ੀ ਜਿਹੜੇ ਫੇਕ ਬਿੱਲ ਬਣਾਉਣ ਵਾਲੀਆਂ ਕੰਪਨੀਆਂ ਨੇ, ਜਾਲੀ ਬਿੱਲ ਬਣਾਉਣ ਵਾਲੀਆਂ ਕੰਪਨੀਆਂ ਨੇਗੀਆਂ, ਜਾਂ ਜਿਹੜੀਆਂ ਮਾੜਾ ਸਮਾਨ ਵੇਚਦੀਆਂ ਨੇ, ਗਲਤ ਸਮਾਨ ਵੇਚਦੀਆਂ ਨੇ, ਮਿਸ ਬ੍ਰਾਂਡਡ ਵੇਚਦੀਆਂ ਨੇਗੀਆਂ। ਕੋਈ ਤੁਹਾਡੀ ਖਾਣ ਵਾਲੀ ਵਸਤੂ ਆ, ਮੰਨ ਲਓ ਕੋਈ ਤੇਲ ਆ, ਤੁਹਾਨੂੰ ਕਹਿ ਦਿੱਤਾ ਕਿ ਆ ਫਲਾਣੀ ਕੰਪਨੀ ਦਾ ਤੇਲ ਆ, ਉਹਦੇ ਅੰਦਰ ਕਿਸੇ ਹੋਰ ਕੰਪਨੀ ਦਾ ਤੇਲ ਲੱਗਾ। ਸੋ ਉਹਨਾਂ ਸਾਰੀਆਂ ਕੰਪਨੀਆਂ ਦੇ ਖਿਲਾਫ ਵੀ ਅਸੀਂ ਸਕੰਜਾ ਕੱਸਾਂਗੇ। ਅਸੀਂ ਕਹਿੰਦੇ ਹਾਂ ਕਿ ਲੋਕਾਂ ਦੀ ਸਿਹਤ ਵੀ ਠੀਕ ਰਹੂ। ਤੁਸੀਂ ਤਾਂ ਆਪਣੇ ਕੋਲੋਂ 2,000 ਰੁਪਏ ਲਾ ਕੇ ਸਮਾਨ ਖਰੀਦ ਲਿਆ, ਖਾਣ ਪੀਣ ਦੀ ਵਸਤੂ ਖਰੀਦ ਲਈ, ਜੇਕਰ ਉਹ ਜਿਹੜੀ ਆ ਉਹ ਗਲਤ ਹੋਊਗੀ, ਉਹਦੇ ਅੰਦਰ ਸਮਾਨ ਸਹੀ ਨਹੀਂ ਹੋਊਗਾ, ਤੁਹਾਡੀ ਸਿਹਤ ਨਾਲ ਵੀ ਖਿਲਵਾੜ ਹੋਊਗਾ। ਸੋ ਬਿਲਕੁਲ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਸਾਡੀਆਂ ਜਿਹੜੀਆਂ ਟੀਮਾਂ ਕੰਮ ਕਰ ਰਹੀਆਂ ਨੇ। ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਅੰਦਰ ਟੈਕਸ ਇੰਟੈਲੀਜੈਂਟ ਯੂਨਿਟ ਦੀ ਸਥਾਪਨਾ ਹੋਈ ਆ, ਡਾਟਾ ਮਾਈਨਿੰਗ ਦੀ ਹੋਈ ਆ। ਅਸੀਂ ਬਹੁਤ ਕੁਝ ਇਸ ਤਰ੍ਹਾਂ ਦਾ ਕਰ ਰਹੇ ਹਾਂ ਜਿਹਦਾ ਸਾਰਾ ਹੌਲੀ ਹੌਲੀ ਜਿਹੜੀ ਵਪਾਰੀਆਂ ਨੂੰ ਕਹਿ ਰਹੇ ਹੋ ਕਿ ਜਿਹੜੀ ਚੋਰੀ ਆ ਫੜੀ ਜਾਵੇ, ਪੈਸਾ ਜਿਹੜਾ ਉਹ ਖਜ਼ਾਨੇ ਚ। ਤੁਸੀਂ ਵਪਾਰੀਆਂ ਨੂੰ ਕਹਿ ਰਹੇ ਹੋ ਕਿ TIU ਤੁਹਾਡੇ ਵਾਲੇ ਪਾਸੇ ਵੀ ਆ ਸਕਦੇ ਨੇ, ਬਿੱਲ ਕੱਟਣਾ ਸ਼ੁਰੂ ਕਰ ਦਿਓ। ਦੇਖੋ ਸਾਰਿਆਂ ਦੇ ਲਈ ਜਿਹੜਾ ਕੋਈ ਟੈਕਸ ਚੋਰੀ ਕਰ ਰਿਹਾ, ਚਾਹੇ ਮੈਂ ਆ ਜਾਂ ਤੁਸੀਂ, ਕੋਈ ਵੀ ਆ, ਜਿਹੜਾ ਵੀ ਕਿਤੇ ਟੈਕਸ ਚੋਰੀ ਕਰਦਾਗਾ, ਟੈਕਸ ਇੰਟੈਲੀਜੈਂਟ ਯੂਨਿਟ ਦੀ ਸਥਾਪਨਾ ਹੋਗੀ। ਬੜੇ ਮਾਡਰਨ ਤਰੀਕੇ ਦੇ ਨਾਲ, ਬੜੀ ਟੈਕਨੀਕਸ ਦੇ ਨਾਲ ਉਹ ਸਾਰੀ ਫੜੀ ਜਾਣੀ ਆ। ਸੋ ਉਹਦੇ ਲਈ ਅਸੀਂ ਯੂਨਿਟ ਸਥਾਪਿਤ ਹੋ ਚੁੱਕੇ ਨੇਗੇ। ਸੋ ਜਦੋਂ ਯੂਨਿਟ ਸਥਾਪਿਤ ਹੋ ਚੁੱਕੇ ਨੇ, ਕੰਮ ਕਰਨਾ ਸ਼ੁਰੂ ਕੀਤਾ, ਜਿਹੜੀਆਂ ਅਸੀਂ ਨਵੀਆਂ 3-4 ਵੱਡੀਆਂ ਅਸੀਂ ਬੰਦਿਆਂ ਨੂੰ ਫੜਿਆਗਾ, ਉਹ ਟੈਕਸ ਸਾਡੇ ਇੰਟੈਲੀਜੈਂਟ ਯੂਨਿਟ ਦੀ ਸਥਾਪਨਾ ਦੇ ਕਰਕੇ ਫੜਿਆਗਾ। ਸੋ ਆਉਣ ਵਾਲੇ ਸਮੇਂ ਦੇ ਦੌਰਾਨ ਪੰਜਾਬ ਦੇ ਅੰਦਰ ਟੈਕਸ ਚੋਰੀ ਜਿਹੜੀ ਉਹਦੀ 100% ਉਹਦਾ ਅਸੀਂ ਖਾਤਮਾ ਕਰਾਂਗੇ। ਜਿਵੇਂ ਕਰਪਸ਼ਨ ਦਾ ਖਾਤਮਾ ਕਰਾਂਗੇ, ਇਹ ਵੀ ਕਰਪਸ਼ਨ ਨਾਲ ਜੁੜਿਆ ਹੀ ਮਾਮਲਾ ਨਾ, ਇਹ ਵੀ ਇੱਕ ਤਰ੍ਹਾਂ ਦੀ ਕਰਪਸ਼ਨ ਆ, ਇਹ ਵੀ ਇੱਕ ਤਰ੍ਹਾਂ ਦਾ ਭ੍ਰਿਸ਼ਟਾਚਾਰ ਆ। ਸੋ ਜਦੋਂ ਅਸੀਂ ਜਿਹੜਾ ਰਿਸ਼ਵਤਖੋਰੀ ਦਾ ਲੈਣ ਦੇਣ ਆ ਉਹ ਖਤਮ ਕਰ ਰਹੇ ਹਾਂ, ਤਾਂ ਮੈਂ ਸਮਝਦਾ ਇੱਥੇ ਵੀ ਅਸੀਂ ਖਤਮ ਕਰਾਂਗੇ ਔਰ ਸਾਰੇ ਪੈਸੇ ਉਹ ਲੋਕਾਂ ਦੀ ਭਲਾਈ ਤੇ ਖਰਚ ਕਰਾਂਗੇ। ਠੀਕ। ਚੀਮਾ ਸਾਹਿਬ, ਲਾਸਟ ਟਾਈਮ ਜੋ ਤੁਸੀਂ ਬਜਟ ਲੈ ਕੇ ਆਏ, ਪਹਿਲਾ ਬਜਟ ਸੀਗਾ ਤੁਹਾਡਾ ਖਜ਼ਾਨਾ ਮੰਤਰੀ ਦੇ ਤੌਰ ਤੇ, ਔਰ ਤੁਸੀਂ ਲੋਕਾਂ ਤੋਂ ਸੁਝਾਅ ਮੰਗੇ ਸੀਗੇ ਕਿ ਸੁਝਾਅ ਦਿਓ, ਫਿਰ ਅਸੀਂ ਬਜਟ ਤਿਆਰ ਕਰਾਂਗੇ। ਹੁਣ ਫਿਰ ਬਜਟ ਦਾ ਟਾਈਮ ਆ ਰਿਹਾ, ਸੈਂਟਰਲ ਗਵਰਨਮੈਂਟ ਦਾ ਬਜਟ ਤਾਂ ਪੇਸ਼ ਹੋਣ ਵਾਲਾ ਹੈ, ਤੇ ਇਸ ਸਭ ਦੇ ਵਿਚਾਲੇ
ਇਸ ਵਾਰ ਕੀ ਉਸ ਬਜਟ ਤੇ ਫੀਡਬੈਕ ਵੀ ਲਓਗੇ? ਸੁਝਾਅ ਤਾਂ ਤੁਸੀਂ ਲੈ ਲਏ ਸੀਗੇ, ਫੀਡਬੈਕ ਲਓਗੇ ਲੋਕਾਂ ਤੋਂ? ਬਿਲਕੁਲ ਸਾਡੀਆਂ ਮੀਟਿੰਗਾਂ ਦਾ ਦੌਰ ਜਿਹੜਾ ਉਹ ਜਾਰੀ ਆ। ਸਾਡੇ ਸਾਰੇ ਅਧਿਕਾਰੀਗਣ ਲਗਾਤਾਰ ਮੀਟਿੰਗਾਂ ਲੈ ਰਹੇ ਨੇਗੇ, ਖੁਦ ਮੈਂ ਵੀ ਮੀਟਿੰਗਾਂ ਲੈ ਰਿਹਾ ਹੈਗਾ। ਲਗਾਤਾਰ ਅਸੀਂ ਮੀਟਿੰਗਾਂ ਲੈ ਕੇ ਅਸੀਂ ਫੀਡਬੈਕ ਵੀ ਲੈ ਰਹੇ ਹਾਂ ਕਿ ਜਿਹੜਾ ਪੁਰਾਣਾ ਬਜਟ ਸੀ ਉਹਦੇ ਵਿੱਚੋਂ ਕੀ ਸਾਨੂੰ ਪ੍ਰਾਪਤ ਹੋਇਆਗਾ, ਅਸੀਂ ਆਪਣੇ ਟਾਰਗੇਟ ਫਿਕਸ ਕੀਤੇ ਸੀਗੇ, ਉਹਨਾਂ ਚੋਂ ਕਿੰਨੇ % ਅਸੀਂ ਟਾਰਗੇਟ ਅਚੀਵ ਕੀਤੇ ਨੇਗੇ। ਮੈਂ ਬੜੇ ਮਾਣ ਨਾਲ ਕਹਿ ਰਿਹਾ ਕਿ ਅਸੀਂ ਜਿੰਨੇ ਟਾਰਗੇਟ ਫਿਕਸ ਕੀਤੇ ਸੀਗੇ ਉਹ ਲਗਭਗ ਸਾਰੇ ਟਾਰਗੇਟ ਸਾਡੀ ਜਿਹੜੀ ਟੀਮ ਆ ਉਹ ਅਚੀਵ ਕਰ ਰਹੀ ਹੈ, ਸਾਡਾ ਡਿਪਾਰਟਮੈਂਟ ਅਚੀਵ ਕਰ ਰਿਹਾ ਹੈਗਾ। ਸੋ ਆਉਣ ਵਾਲਾ ਬਜਟ ਕਿਵੇਂ ਦਾ ਹੋਊਗਾ ਉਹਦੇ ਤੇ ਵੀ ਸਾਡੀ ਜਿਹੜੀ ਐਕਸਰਸਾਈਜ਼ ਆ ਸਾਡੇ ਮਾਨਯੋਗ ਮਿਨਿਸਟਰ ਸਾਹਿਬਾਨ ਦੇ ਨਾਲ, ਜਿਹੜੇ ਇੰਡਸਟਰੀ ਦੇ ਖੇਤਰ ਤੋਂ ਆ ਗਏ ਜਾਂ ਕਿਸੇ ਹੋਰ ਖੇਤਰ ਤੋਂ ਆ ਗਏ, ਉਹਨਾਂ ਸਾਰਿਆਂ ਦੇ ਨਾਲ ਸਾਡੀਆਂ ਮੀਟਿੰਗਾਂ ਸ਼ੁਰੂ ਹੋ ਚੁੱਕੀਆਂ ਨੇ। ਚਲੋ ਇਸ ਇੰਟਰਵਿਊ ਦੇ ਵਿੱਚ ਕੋਈ ਖਬਰ ਵੀ ਦੇ ਦਿਓ ਸਾਨੂੰ, ਅਸੀਂ ਵੀ ਬ੍ਰੇਕ ਕਰ ਲਈਏ। ਇਸ ਵਾਰ ਜਿਹੜਾ ਬਜਟ ਤੁਸੀਂ ਲੈ ਕੇ ਆ ਰਹੇ ਹੋ, ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਬਜਟ ਸੈਸ਼ਨ ਹੋਏਗਾ ਤੇ ਬਜਟ ਆਏਗਾ, ਕੋਈ ਨਵਾਂ ਟੈਕਸ ਲੱਗੇਗਾ? ਦੇਖੋ ਮੈਂ ਫੇਰ ਦੁਹਰਾ ਰਿਹਾ ਕਿ ਮੀਟਿੰਗਾਂ ਦਾ ਦੌਰ ਜਾਰੀ ਆ, ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇਗੀਆਂ। ਅਸੀਂ ਇਹਦੇ ਤੇ ਸਾਡੀ ਟੀਮ ਕੰਮ ਕਰ ਰਹੀ ਆ ਕਿ ਕਿਸ ਖੇਤਰ ਦਾ ਟੈਕਸ ਲਾਇਆ ਜਾਣਾ ਚਾਹੀਦਾ, ਕਿਸ ਖੇਤਰ 'ਚ ਨਹੀਂ ਲਾਇਆ ਜਾਣਾ ਚਾਹੀਦਾ। ਸੋ ਬਿਲਕੁਲ ਇਹ ਤੇ ਕੰਮ ਹੋ ਰਿਹਾਗਾ। ਸੋ ਆਉਣ ਵਾਲੇ ਸਮੇਂ ਦੇ ਦੌਰਾਨ ਤੁਹਾਨੂੰ ਇਹਦੇ ਤੇ ਮਤਲਬ ਤੁਸੀਂ ਕਲੀਅਰ ਨਹੀਂ ਕਰ ਰਹੇ ਕਿ ਟੈਕਸ ਲੱਗੇਗਾ ਜਾਂ ਨਹੀਂ ਲੱਗੇਗਾ? ਨਹੀਂ, ਆਉਣ ਵਾਲੇ ਸਮੇਂ 'ਚ ਅਪਡੇਟ ਕਰਾਂਗੇ ਇਹਦੇ ਤੇ। ਹਜੇ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਨੇ। ਚਲੋ ਉਹਨਾਂ ਲਾਈਟਰ ਨੋਟ ਲਾਸਟ ਕੁਐਸਚਨ ਪੁੱਛ ਰਹੇ ਨੇ। ਚੀਮਾ ਸਾਹਿਬ ਤਾਂ ਪੂਰੇ ਪੰਜਾਬ ਦਾ ਬਜਟ ਤਿਆਰ ਕਰਦੇ ਨੇ, ਚੀਮਾ ਸਾਹਿਬ ਦੇ ਘਰ ਦਾ ਬਜਟ ਕੌਣ ਤਿਆਰ ਕਰਦਾ ਔਰ ਉਸ ਵੇਲੇ ਕੀ ਬਹਿਸ ਹੁੰਦੀ ਹੈ? ਸਿਲੰਡਰ ਮਹਿੰਗਾ ਹੋ ਗਿਆ ਕਿ ਸਸਤਾ ਹੋਇਆ, ਜਾਂ ਮੇਰੇ ਘਰ ਦਾ ਖਾਣ ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਸਸਤੀਆਂ ਹੋਈਆਂ? ਮੇਰੇ ਘਰ ਦਾ ਬਜਟ ਜਿਹੜਾ ਹੈਗਾ ਮੇਰੇ ਧਰਮ ਪਤਨੀ ਜੀ ਤਿਆਰ ਕਰਦੇ ਨੇ ਕਿ ਲਗਾਤਾਰ ਉਹ ਦੇਖਦੇ ਨੇ ਕਿ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਹੁੰਦਾ ਘਰ ਦੇ ਕੰਮ ਕਰਦੇ, ਉਹ ਲਗਾਤਾਰ ਘਰ ਦੇ ਮਾਮਲੇ ਲਈ, ਪਰਿਵਾਰਕ ਦੇ ਮਾਮਲੇ ਲਈ ਕਿ ਲਗਾਤਾਰ ਉਹ ਹਮੇਸ਼ਾ ਹੀ ਉਸੇ ਤਰੀਕੇ ਦੇ ਨਾਲ। ਬਿਲਕੁਲ ਤੁਹਾਡੀ ਗੱਲ ਜਾਇਜ਼ ਹੈਗੀ। ਪਤਾ ਲੱਗਦਾ ਹੈ ਕਿ ਗੈਸ ਦਾ ਜਿਹੜਾ ਹੈਗਾ ਰੇਟ ਵੱਧ ਗਿਆ ਸੀਗਾ ਜੀ, ਦਾਲ ਦਾ ਰੇਟ ਵੱਧ ਗਿਆ, ਉਹਨਾਂ ਤੋਂ ਵੀ ਬਹੁਤ ਸਾਰੀ ਇਨਪੁਟ ਜਿਹੜੀ ਆ, ਪਰਿਵਾਰ ਚੋਂ ਵੀ ਬਹੁਤ ਸਾਰੀ ਇਨਪੁਟ ਮਿਲਦੀ ਆ ਕਿ ਕਿਸ ਤਰ੍ਹਾਂ ਲੋਕਾਂ ਦੇ ਪਰਿਵਾਰ ਚੱਲਦੇ, ਜਿਸ ਤਰ੍ਹਾਂ ਸਾਡਾ ਪਰਿਵਾਰ ਚੱਲਦਾ ਉਸੇ ਤਰ੍ਹਾਂ ਦੇ ਲੋਕਾਂ ਦੇ ਪਰਿਵਾਰ ਚੱਲਦੇ ਨੇਗੇ। ਸੋ ਉਸ ਤੋਂ ਵੀ ਅਸੀਂ ਇੱਕ ਵੱਡੀ ਫੀਡਬੈਕ ਲੈ ਲਈ। ਚਲੋ ਮੈਂ 2-3 ਸਵਾਲ ਪੁੱਛਣੇ ਆ, ਛੋਟਾ ਜੇਕਰ ਜਵਾਬ ਦੇ ਸਕੋ ਕਿਉਂਕਿ ਸਾਡੇ ਕੋਲ ਸਮਾਂ ਖਤਮ ਹੋ ਗਿਆ। ਟੈਨਸ਼ਨ ਰਹਿੰਦੀ ਹੈ, ਕਦੇ ਹੁੰਦਾ ਰਾਤ ਨੂੰ ਨੀਂਦ ਨਹੀਂ ਆਉਂਦੀ? ਧੌਲੇ ਬਹੁਤ ਆਏ ਹੋਏ ਤੁਹਾਡੇ, ਇਹ ਟੈਨਸ਼ਨ ਦਾ ਨਤੀਜਾ ਤਾਂ ਨਹੀਂ? ਦੇਖੋ ਧੌਲੇ ਜਿਹੜੇ ਆਏ ਨੇ ਟੈਨਸ਼ਨ ਦਾ ਨਤੀਜਾ ਨਹੀਂ, ਉਮਰ ਦਾ ਨਤੀਜਾ ਹੈਗਾ। ਉਮਰ ਵੀ ਵੱਧ ਰਹੀ ਹੈ ਬਟ ਲੇਕਿਨ ਲਗਾਤਾਰ ਟੈਨਸ਼ਨ ਹੁੰਦੀ ਆ ਜਦੋਂ ਅਸੀਂ ਦੇਖਦੇ ਹਾਂ। ਹੁੰਦਾ ਕਿ ਕਦੇ ਰਾਤ ਨੂੰ ਨੀਂਦ ਨਹੀਂ ਆਈ ਕਿ ਸਵੇਰੇ ਆ ਮੀਟਿੰਗ ਹੈ ਜਾਂ ਇੰਨਾ ਪੈਸਾ ਖਜ਼ਾਨੇ ਚਾਹੀਦਾ ਉਹ ਨਹੀਂ ਹੈਗਾ, ਐਵੇਂ ਦੀ ਕੋਈ ਟੈਨਸ਼ਨ ਹੁੰਦੀ ਹੈ ਰਾਤ ਨੂੰ? ਬਿਲਕੁਲ, ਜਦੋਂ ਦੇਖਣਾ ਹੁੰਦਾ ਕਿ ਸਵੇਰੇ ਮੀਟਿੰਗ ਹੈ ਤੇ ਇੰਨੇ ਪੈਸੇ ਦਾ ਇੰਤਜ਼ਾਮ ਕਰਨਾ, ਉਦੋਂ ਦੇਖੀਦਾ ਖਜ਼ਾਨੇ 'ਚ ਕਿੰਨਾ ਪੈਸਾ ਆ ਗਿਆ, ਕਿੰਨਾ ਅੱਗੇ ਲੈ ਕੇ ਆਉਣਾ ਸਾਰੇ ਦੀ। ਬਿਲਕੁਲ ਜੇ ਅਸੀਂ ਟੈਨਸ਼ਨ ਲਵਾਂਗੇ ਤਾਂ ਹੀ ਕੰਮ ਹੋਣਗੇ ਨਾ। ਜੇਕਰ ਪ੍ਰੈਸ਼ਰ ਆਊਗਾ ਤਾਂ ਹੀ ਉਹਦਾ ਮਸਲਿਆਂ ਦਾ ਹੱਲ ਹੋਊਗਾ। ਸੋ ਤਾਂ ਹੀ ਤਾਂ ਮੈਂ ਕਹਿ ਰਿਹਾ ਕਿ GST ਵੱਧ ਰਿਹਾ ਹੈਗਾ। ਸੋ ਜਦੋਂ GST ਵੱਧ ਰਿਹਾ ਖੁਸ਼ੀ ਵੀ ਹੋ ਰਹੀ ਹੈ। ਤਾਂ ਉਮਰ ਦੇ ਨਾਲ ਖੁਸ਼ੀ